ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸੋ ਅੱਜ ਭਗਤ ਰਵਿਦਾਸ ਜੀ ਦਾ ਅੱਜ 40ਵਾਂ ਸ਼ਬਦ ਜੋ ਮਲਹਾਰ ਰਾਗ ਦੇ ਵਿੱਚ ਹੈ। ਇਸ ਸ਼ਬਦ ਦੀ ਆਪਾਂ ਨੇ ਅੱਜ ਵਿਚਾਰ ਕਰਨੀ ਹੈ। ਸਤਿਗੁਰੂ ਜੀ ਦੇ ਪਾਵਨ ਅੰਗ 1293 ਤੇ ਸੁਭਾਈਮਾਨ ਹੈ। ਉਚਾਰਨ ਕਰੋ ਇੱਕ ਵਾਰੀ, ਸਤਿਨਾਮ ਸ੍ਰੀ ਵਾਹਿਗੁਰੂ। ਮਲਹਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਦਾ ਸ਼ਬਦ ਮਲਹਾਰ ਰਾਗ ਦੇ ਵਿੱਚ। ਭਗਤ ਰਵਿਦਾਸ ਜੀ ਦਾ ਇਸ਼ਟ ਉਹ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਹੈ, ਸਰਵ ਵਿਆਪਕ ਹੈ। ਉਹ ਰੱਬ ਜੋ ਸਭਨਾਂ ਦਾ ਸਾਂਝਾ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਨਾਲ ਮਿਲਾਪ ਹੁੰਦਾ। ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ। ਕਿਸੇ ਕਰਮ ਕਾਂਡ ਦੇ ਨਾਲ ਉਸ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰੂ ਮਿਲਾ ਸਕਦਾ ਆਪਣੇ ਸ਼ਬਦ ਦੇ ਰਾਹੀਂ, ਆਪਣੀ ਬਾਣੀ ਦੇ ਰਾਹੀਂ। ਇਸ ਕਰਕੇ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੀ। ਰਹਾਉ ਮੈਲੇ ਕੱਪੜੇ ਕਹਾਂ ਲਉ ਧੋਵੂੰ, ਆਵੇਗੀ ਨੀਂਦ ਕਹਾਂ ਲਗ ਸੋਵੂੰ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬੰਝ ਉੱਠ ਹੀ ਗਈ ਹਾਟਿਓ। ਕੌਰ ਉਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਇਸ ਪਵਿੱਤਰ ਸ਼ਬਦ ਵਿੱਚ ਭਗਤ ਰਵਿਦਾਸ ਜੀ ਉੱਚੀ ਆਤਮਿਕ ਅਵਸਥਾ ਦੀ ਗੱਲ ਕਰਦੇ ਹਨ ਕਿ ਜੋ ਮੈਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਹੈ, ਕਿਵੇਂ ਕੀਤੀ ਹੈ। ਕਿਤਨੀ ਵੱਡੀ ਉੱਚੀ ਆਤਮਿਕ ਅਵਸਥਾ ਹੈ ਭਗਤ ਰਵਿਦਾਸ ਜੀ ਦੀ। ਹਰ ਵਕਤ ਉਸ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਰਹਿਣਾ। ਕਿਸੇ ਦੁੱਖ ਦੀ ਪਰਵਾਹ ਨਹੀਂ ਕੀਤੀ, ਕਿਸੇ ਸੁੱਖ ਦੀ ਪਰਵਾਹ ਨਹੀਂ ਕੀਤੀ, ਕਿਸੇ ਬੇਇੱਜ਼ਤੀ ਦੀ ਪਰਵਾਹ ਨਹੀਂ ਕੀਤੀ, ਇੱਜ਼ਤ ਦੀ ਪਰਵਾਹ ਨਹੀਂ ਕੀਤੀ, ਘਾਟੇ ਦੀ ਪਰਵਾਹ ਨਹੀਂ ਕੀਤੀ, ਵਾਧੇ ਦੀ ਪਰਵਾਹ ਨਹੀਂ ਕੀਤੀ। ਕਿਸੇ ਕੋਲੋਂ ਡਰੇ ਨਹੀਂ। ਨਿੰਦਕਾਂ ਨੇ ਨਿੰਦਿਆ ਬਥੇਰੀ ਕੀਤੀ ਹੈ। ਜਗਤ ਦੇ ਲੋਕ ਦੁਸ਼ਮਣ ਵੀ ਬਣ ਗਏ ਤਾਂ ਵੀ ਪਰਵਾਹ ਨਹੀਂ ਕੀਤੀ। ਕਿਤਨੀ ਵੱਡੀ ਉੱਚੀ ਆਤਮਿਕ ਅਵਸਥਾ ਹੋਏਗੀ ਭਗਤ ਰਵਿਦਾਸ ਜੀ ਦੀ। ਜਦ ਕਿ ਸਾਰਾ ਜਗਤ ਇੱਕ ਪਾਸੇ ਸੀ, ਇਕੱਲਾ ਹੀ ਝੁੱਗੀ ਵਿੱਚ ਬੈਠ ਕੇ ਪ੍ਰਭੂ ਦਾ ਸਿਮਰਨ ਕਰਦੇ ਰਹੇ। ਨਿੰਦਕਾਂ ਨੇ ਚਮਾਰ ਚਮਾਰ ਕਹਿ ਕੇ ਬੇਅੰਤ ਭੰਡਿਆ, ਪਰਵਾਹ ਨਹੀਂ ਕੀਤੀ। ਸਗੋਂ ਆਪੇ ਮੰਨ ਲਿਆ, ਠੀਕ ਆ ਭਾਈ, ਜਗਤ ਦੀ ਲੋਗੋ ਮੈਂ ਚਮਾਰੇ, ਮੈਂ ਨੀਚ। ਕੋਈ ਗੁੱਸਾ ਨਹੀਂ ਕੀਤਾ, ਕਿਸੇ ਨਾਲ ਨਫ਼ਰਤ ਨਹੀਂ ਕੀਤੀ। ਦੇਖੋ ਕਿਤਨੀ ਉੱਚੀ ਆਤਮਿਕ ਅਵਸਥਾ ਹੋਏਗੀ ਭਗਤ ਰਵਿਦਾਸ ਜੀ ਦੀ। ਸੁਰਤੀ ਬਿਰਤੀ ਪ੍ਰਭੂ ਦੇ ਚਰਨਾਂ ਵਿੱਚ ਜੋੜ ਕੇ ਹੀ ਰੱਖੀ, ਉੱਥੋਂ ਟੁੱਟੇ ਨਹੀਂ ਹੈ। ਉਸ ਅਵਸਥਾ ਦੀ ਗੱਲ ਕਰਦੇ ਹਾਂ। ਕਹਿੰਦੇ ਮੈਂ ਉਹ ਅਵਸਥਾ ਕਿੱਥੋਂ ਪ੍ਰਾਪਤ ਕੀਤੀ ਹੈ। ਮੈਂ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੋ ਮੇਰੀ ਜਿੰਦ ਦਾ ਮਾਲਕ ਹੈ, ਮੇਰੇ ਪ੍ਰਾਣਾਂ ਦਾ ਆਸਰਾ ਹੈ, ਸਹਾਰਾ ਹੈ, ਉਹ ਰੱਬ ਅਕਾਲ ਪੁਰਖ ਵਾਹਿਗੁਰੂ, ਉਹ ਮੈਨੂੰ ਕਿਵੇਂ ਮਿਲਿਆ ਇਹ ਦੱਸਦੇ ਹਨ।
ਇਸ ਸ਼ਬਦ ਵਿੱਚ। ਮੈਨੂੰ ਉਹ ਕਿਵੇਂ ਮਿਲਿਆ? ਕਹਿੰਦੇ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੀ। ਕਹਿੰਦੇ ਮੈਂ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਹੈ ਸਾਧ ਸੰਗਤ ਕਰਕੇ, ਗੁਰੂ ਦੀ ਸੰਗਤ ਕਰਕੇ। ਦੇਖੋ, ਗੁਰੂ ਦੀ ਸੰਗਤ ਕਰਨੀ ਇਸ ਲਈ ਜ਼ਰੂਰੀ ਹੈ। ਗੁਰੂ ਦੀ ਸੰਗਤ ਕਿਹੜਾ ਕਰ ਰਿਹਾ? ਆਪਾਂ ਗੁਰੂ ਦੀ ਸੰਗਤ ਕਰ ਰਹੇ ਹਾਂ। ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਆਪਾਂ ਸਮਝਣ ਦਾ ਯਤਨ ਕਰਦੇ, ਇਹ ਹੈ ਗੁਰੂ ਦੀ ਸੰਗਤ। ਮਤ ਜਾਣੋ ਕਿਤੇ ਕਿਸੇ ਇਕੱਠ ਵਿੱਚ ਅਸੀਂ ਘੰਟਾ ਬੈਠ ਕੇ ਆ ਕੇ ਕਰਿਆ ਇਹ ਸੰਗਤ, ਕੋਈ ਸੰਗਤ ਨਹੀਂ ਹੈ। ਜਿੰਨਾ ਮਰਜ਼ੀ ਕੋਈ ਇਕੱਠ ਹੋਵੇ, ਹਜ਼ਾਰਾਂ ਹੀ ਲੋਕ ਬੈਠੇ ਹੋਣ, ਭੀੜ ਇਕੱਠੀ ਹੋਈ ਹੋਵੇ, ਉੱਥੇ ਘੰਟਾ ਬੈਠ ਕੇ ਅਸੀਂ ਆ ਜਾਈਏ, ਕੋਈ ਸੁਣ ਕੇ ਨਾ ਆਈਏ, ਸਮਝ ਲਈਏ ਕਿ ਅਸੀਂ ਸੰਗਤ ਵਿੱਚੋਂ ਆਏ ਹਾਂ, ਇਹ ਸੰਗਤ ਕੋਈ ਨਹੀਂ ਹੈ। ਗੁਰੂ ਦੀ ਸੰਗਤ ਕੀ ਹੈ? ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਸਤ ਸੰਗਤ ਉਹ ਹੈ ਜਿੱਥੇ ਇੱਕ ਵਾਹਿਗੁਰੂ ਦੇ ਨਾਮ ਦੀ ਗੱਲ ਚੱਲਦੀ ਹੋਵੇ, ਇੱਕ ਵਾਹਿਗੁਰੂ ਦੇ ਨਾਮ ਨੂੰ ਵਿਚਾਰਿਆ ਜਾਵੇ, ਇੱਕ ਰੱਬ ਦੀ ਗੱਲ ਹੋਵੇ, ਪਿਆਰ ਦੀ ਗੱਲ ਹੋਵੇ, ਉਹ ਹੈ ਸਤ ਸੰਗਤ ਹੈ। ਜਿੱਥੇ ਸੱਤ ਦੀ ਗੱਲ ਹੋਵੇ, ਸੱਤ ਕੌਣ? ਸੱਤ ਰੱਬ, ਅਕਾਲ ਪੁਰਖ ਵਾਹਿਗੁਰੂ, ਸਦਾ ਕਾਇਮ ਰਹਿਣ ਵਾਲਾ, ਉਹਦੀ ਵਿਚਾਰ ਹੋਵੇ, ਉਹਦੀ ਗੱਲ ਹੋਵੇ, ਜਿੱਥੇ ਬੈਠ ਕੇ ਉਹਦੇ ਨਾਲ ਪਿਆਰ ਬਣੇ। ਆ ਦੇਖੋ, ਗੁਰੂ ਸਾਹਿਬ ਆਪਣੀ ਬਾਣੀ ਦੇ ਰਾਹੀਂ ਸਾਡਾ ਰੱਬ ਨਾਲ ਪਿਆਰ ਬਣਾ ਰਹੇ ਹਨ, ਸਾਡੇ ਹਿਰਦੇ ਵਿੱਚ ਰੱਬ ਦਾ ਪਿਆਰ ਪੈਦਾ ਕਰ ਰਹੇ ਹਨ। ਇਹਨੂੰ ਕਹਿੰਦੇ ਸਤ ਸੰਗਤ, ਇਹਨੂੰ ਸਤ ਸੰਗਤ ਕਹਿੰਦੇ। ਆਪਾਂ ਕਹਿੰਦੇ ਸੰਗਤ ਵਿੱਚ ਮੱਥਾ ਟੇਕਿਆ ਜੀ, ਮੈਂ ਤਾਂ ਕਰਿਆ ਦਰਸ਼ਨ, ਉਹ ਸਤ ਸੰਗਤ ਕੋਈ ਨਹੀਂ ਹੈ। ਹਾਂ, ਆ ਗਿਆ, ਆ ਕੇ ਗੁਰੂ ਨੂੰ ਦੇਖ ਕੇ ਮੁੜ ਗਿਆ, ਪਿਆ ਕਹੀ ਜਾਵੇ ਮੈਂ ਸਤ ਸੰਗਤ। ਸਤ ਸੰਗਤ ਕਰਨ ਦੇ ਨਾਲ ਇਹ ਅਵਸਥਾ ਬਣਦੀ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਮੈਂ ਸਾਧ ਸੰਗਤ ਕਰਕੇ ਬਹੁਤ ਉੱਚੀ ਜੋ ਆਤਮਿਕ ਅਵਸਥਾ ਪ੍ਰਾਪਤ ਕੀਤੀ ਹੈ, ਇਹ ਮੇਰੇ ਉੱਤੇ ਸਾਧ ਸੰਗਤ ਦੀ ਕਿਰਪਾ ਹੈ। ਭਗਤ ਰਵਿਦਾਸ ਜੀ ਜੁੱਤੀਆਂ ਗੰਢਦੇ ਹਨ, ਝੁੱਗੀ 'ਚ ਬੈਠੇ ਹਨ, ਜੁੱਤੀਆਂ ਗੰਢ ਰਹੇ। ਜਿਹੜੇ ਆਮ ਲੋਕ ਜਾਂਦੇ ਹੋਣੇ, ਉਹ ਕੀ ਕਹਿੰਦੇ ਹੋਣੇ ਕਿ ਮੋਚੀ ਬੈਠਾ ਜੁੱਤੀਆਂ ਗੰਢ ਰਿਹਾ, ਦੁਕਾਨ ਹੈ ਉਹਦੀ। ਉਹ ਕੇਵਲ ਦੁਕਾਨ ਹੀ ਨਹੀਂ ਹੈ, ਉਹ ਸਾਧ ਸੰਗਤ ਵੀ ਹੈ। ਕਿਉਂਕਿ ਜਿਹੜਾ ਵੀ ਕੋਈ ਉਹਦੇ ਕੋਲ ਆਉਂਦਾ, ਭਗਤ ਰਵਿਦਾਸ ਜੀ ਕੋਲ ਆਉਂਦਾ, ਨਾਲੇ ਜੁੱਤੀ ਗੰਢਦੇ, ਨਾਲੇ ਗੁਰੂ ਦੀਆਂ ਗੱਲਾਂ ਕਰਦੇ, ਨਾਲੇ ਜੁੱਤੀਆਂ ਗੰਢ ਰਹੇ। ਉਹ ਦੁਕਾਨ ਵੀ ਹੈ। ਭਗਤ ਰਵਿਦਾਸ ਜੀ ਦਾ ਉਹ ਧੰਦਾ ਵੀ ਹੈ, ਜੁੱਤੀਆਂ ਗੰਢ ਰਹੇ, ਅਤੇ ਨਾਲੇ ਜਿਹੜਾ ਵੀ ਆਉਂਦਾ ਉਸ ਨੂੰ ਸੱਤ ਨਾਲ ਜੋੜਦੇ ਆ, ਰੱਬ ਨਾਲ ਜੋੜਦੇ ਆ, ਰੱਬ ਦੀਆਂ ਗੱਲਾਂ ਕਰਦੇ ਆ। ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸੇਟਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, 4 ਵਰਨਾਂ ਦੇ ਲੋਕ ਜਿਹੜਾ ਵੀ ਆਉਂਦਾ ਜੁੱਤੀ ਕਢਾਉਣ, ਸਾਰਿਆਂ ਨੂੰ ਭਾਈ ਰਾਮ ਰਾਮ ਕਰਿਆ ਕਰੋ, ਭਾਈ ਰੱਬ ਦੀ ਬੰਦਗੀ ਕਰਿਆ ਕਰੋ। ਇਹ ਜਿਹੜੇ ਸ਼ਬਦ ਉਚਾਰਨ ਕੀਤੇ ਭਗਤ ਰਵਿਦਾਸ ਜੀ ਨੇ, ਇੱਦਾਂ ਹੀ ਕੰਮ ਕਰਦੇ ਨਾਲੇ ਜਗਤ ਵਿੱਚ ਰਹਿੰਦੇ ਹਨ, ਜਗਤ ਵਿੱਚ ਵਿਚਰਦੇ ਹਨ, ਕਿੱਤਾ ਨਹੀਂ ਛੱਡਿਆ, ਧੰਦਾ ਨਹੀਂ ਛੱਡਿਆ, ਪ੍ਰਭੂ ਦੀ ਯਾਦ ਵਿੱਚ ਜੁੜੇ ਹੋਏ। ਉਹਨਾਂ ਨੇ ਦੁਕਾਨ ਜਿੱਥੇ ਉਹ ਕੰਮ ਕਰਦੇ ਹਨ, ਨਾਲੇ ਜੁੱਤੀਆਂ ਗੰਢਦੇ ਹਨ, ਨਾਲੇ ਜੋ ਵੀ ਆਉਂਦਾ ਉਸ ਦੇ ਮਨ ਨੂੰ ਰੱਬ ਨਾਲ ਗੰਢਦੇ ਹਨ, ਰੱਬ ਨਾਲ ਜੋੜਦੇ ਹਨ। ਕਹਿੰਦੇ ਇਹ ਉੱਚੀ ਆਤਮਿਕ ਅਵਸਥਾ ਮੈਨੂੰ ਗੁਰੂ ਦੀ ਸੰਗਤ ਵਿੱਚੋਂ ਮਿਲੀ ਹੈ। ਗੁਰੂ ਦੀ ਸੰਗਤ, ਗੁਰੂ ਸਾਡਾ ਸ਼ਬਦ ਹੈ। ਜੋ ਗੁਰੂ ਦੀ ਬਾਣੀ ਆਉਂਦੀ ਹੈ ਧੁਰੋਂ,
ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜੋ ਅੰਦਰੋਂ ਇਹ ਬਾਣੀ ਫੁੱਟਦੀ ਹੈ ਭਗਤ ਰਵਿਦਾਸ ਜੀ ਦੇ ਅੰਦਰੋਂ, ਉਹ ਬਾਣੀ ਗਾਉਂਦੇ ਹਨ, ਗਾ ਕੇ ਜਿਹੜਾ ਵੀ ਆਉਂਦਾ ਉਹਨੂੰ ਸੁਣਾਉਂਦੇ ਹਨ, ਗੁਰੂ ਦਾ ਉਪਦੇਸ਼ ਦਿੰਦੇ ਹਨ। ਉੱਥੇ ਹਰ ਵਕਤ ਸਤ ਸੰਗਤ ਹੁੰਦੀ ਹੋ ਰਹਿੰਦੀ ਸੀ ਭਗਤ ਰਵਿਦਾਸ ਜੀ ਦੀ ਝੁੱਗੀ ਦੇ ਵਿੱਚ। ਨਾਲੇ ਜੁੱਤੀਆਂ ਕੱਢਦੇ ਹਨ। ਦੇਖੋ ਕਹਿੰਦੇ ਇਹ ਅਵਸਥਾ ਮੈਨੂੰ ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਹੋਈ ਹੈ। ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ। ਕਹਿੰਦੇ ਨਹੀਂ ਤਾਂ ਮੈਨੂੰ ਉਹ ਮੇਰੇ ਪ੍ਰਾਣਾਂ ਦਾ ਮਾਲਕ, ਮੇਰੀ ਜਿੰਦ ਦਾ ਮਾਲਕ ਮੈਨੂੰ ਕਿਵੇਂ ਮਿਲਦਾ, ਕਿਹੜੀ ਭਗਤੀ ਨਾਲ ਮਿਲਦਾ, ਮੈਨੂੰ ਹੋਰ ਕਿਹੜੀ ਭਗਤੀ ਹੈ, ਕਿਵੇਂ ਮਿਲਦਾ। ਮੰਦਿਰ ਵਿੱਚ ਮੈਂ ਨਹੀਂ ਸੀ ਜਾ ਸਕਦਾ, ਪੂਜਾ ਪਾਠ ਕਰਨ ਦਾ ਮੈਨੂੰ ਹੱਕ ਨਹੀਂ, ਗੰਗਾ ਵਿੱਚ ਇਸ਼ਨਾਨ ਕਰਨ ਦਾ ਮੈਨੂੰ ਹੱਕ ਨਹੀਂ, ਕੋਈ ਕਰਮ ਧਰਮ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਸ਼ੂਦਰ ਹਾਂ, ਮੈਂ ਚਮਾਰ ਹਾਂ। ਕਿਸੇ ਤਰ੍ਹਾਂ ਦੀ ਵੀ ਭਗਤੀ ਕਰਨ ਦਾ ਮੈਨੂੰ ਹੱਕ ਨਹੀਂ ਸੀ। ਮੈਂ ਰੱਬ ਨਾਲ ਕਿਵੇਂ ਮਿਲ ਸਕਦਾ ਸੀ, ਉੱਚੀ ਆਤਮਿਕ ਅਵਸਥਾ ਮੇਰੀ ਕਿਵੇਂ ਬਣ ਸਕਦੀ ਸੀ। ਇਹ ਉੱਚੀ ਆਤਮਿਕ ਅਵਸਥਾ ਬਣੀ ਹੈ ਮੇਰੀ ਸਾਧ ਸੰਗਤ ਕਰਕੇ। ਗੁਰੂ ਨੇ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਮੈਂ ਆਪਣੀ ਝੁੱਗੀ ਵਿੱਚ ਬੈਠ ਕੇ ਹੀ ਉਸ ਪ੍ਰਭੂ ਦਾ ਸਿਮਰਨ ਕਰਦਾ ਰਿਹਾ। ਉੱਥੇ ਹੀ ਸਤ ਸੰਗਤ ਜੁੜ ਗਈ। ਜਿਹੜਾ ਵੀ ਆਉਂਦਾ ਸੀ ਭਗਤ ਰਵਿਦਾਸ ਜੀ ਦੇ ਬਚਨ ਸੁਣਦਾ ਸੀ, ਸਤ ਸੰਗਤ ਬਣ ਜਾਂਦੀ ਸੀ। ਇੱਕ ਸਿੱਖ ਦੋਏ ਸਾਧ ਸੰਗਤ। ਸਾਧ ਸੰਗਤ ਕਿੱਥੇ? ਸਾਧ ਸੰਗਤ ਕੀ ਹੈ? ਜਿੱਥੇ ਗੁਰੂ ਦੀ ਗੱਲ ਵਿਚਾਰੀ ਜਾਂਦੀ, ਭਾਵੇਂ ਦੋਏ ਆ, ਉਹ ਸਾਧ ਸੰਗਤ ਹੋ ਜਾਂਦੀ। ਇੱਕ ਸਿੱਖ ਦੋਏ ਸਾਧ ਸੰਗਤ। ਜੇ ਦੋ ਜਣੇ ਬੈਠੇ ਆ ਨਾ, ਗੁਰੂ ਦੀਆਂ ਗੱਲਾਂ ਕਰਦੇ ਆ, ਰੱਬ ਦੀਆਂ ਗੱਲਾਂ ਕਰਦੇ ਆ, ਉਹ ਸਾਧ ਸੰਗਤ ਆ। ਕੋਈ ਜ਼ਰੂਰੀ ਨਹੀਂ ਵੀ ਇਕੱਠ ਆ ਕਾਫੀ। ਆਪਾਂ ਤਾਂ ਹੁਣ ਬਹੁਤ ਬੰਦੇ ਬੈਠੇ ਆ। ਜੇ ਦੋ ਜਣੇ ਵੀ ਹੋਣ ਉਹ ਵੀ ਸਾਧ ਸੰਗਤ ਆ। ਇੱਕ ਸਿੱਖ ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ, ਉਹ ਸਤ ਸੰਗਤ ਬਣ ਜਾਂਦੀ ਹੈ। ਜੇ ਇਕੱਲਾ ਬੰਦਾ ਬੈਠ ਕੇ ਵੀ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਰਹੇ ਘਰ ਬੈਠ ਕੇ, ਉਹ ਵੀ ਸਾਧ ਸੰਗਤ ਹੋ ਜਾਂਦੀ ਹੈ। ਇਕੱਲਾ ਬੈਠ ਕੇ ਨਾ ਗੁਰੂ ਦੀ ਬਾਣੀ ਨੂੰ ਵਿਚਾਰੋ, ਉਹ ਸਤ ਸੰਗਤ ਆ। ਇਸ ਕਰਕੇ ਜੋ ਮਨੁੱਖ ਗੁਰੂ ਦੀ ਸੰਗਤ ਕਰਨ ਲੱਗ ਜਾਵੇ ਨਾ, ਗੁਰੂ ਦੀ ਸੰਗਤ ਵਿੱਚ ਮਨ ਜੁੜਨ ਲੱਗ ਜਾਵੇ, ਉਹ ਫਿਰ ਹਰ ਵਕਤ ਹੀ ਸਤ ਸੰਗਤ ਕਰਦਾ। ਹਲ ਵਾਹੁੰਦਾ ਹੋਏਗਾ, ਨਾਲ ਤਾਂ ਹਲ ਵਾਹ ਰਿਹਾ, ਲੋਕਾਂ ਨੂੰ ਇੱਦਾਂ ਲੱਗਦਾ ਹੋਏਗਾ ਕਿ ਹਲ ਵਾਹ ਰਿਹਾ, ਉਹ ਹਲ ਵੀ ਇਕੱਲਾ ਹਲੇ ਨਹੀਂ ਵਾਹ ਰਿਹਾ, ਉਹ ਸਤ ਸੰਗਤ ਵੀ ਕਰ ਰਿਹਾ, ਕਿਉਂਕਿ ਉਹਦੇ ਵਿੱਚ ਉਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਚੱਲ ਰਿਹਾ, ਗੁਰੂ ਦੇ ਸ਼ਬਦ ਨੂੰ ਵਿਚਾਰ ਰਿਹਾ। ਐਸੀ ਅਵਸਥਾ ਬਣਦੀ ਹੈ ਇੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਜੋ ਬੰਦਾ ਰੋਜ਼ ਸੰਗਤ ਕਰਦਾ ਨਾ, ਤੁਹਾਡੀ ਇੱਕ ਦਿਨ ਐਸੀ ਅਵਸਥਾ ਬਣ ਜਾਣੀ। ਫਿਰ ਉਹ ਬੰਦਾ ਨੌਕਰੀ ਕਰਦਾ ਹੋਇਆ ਵੀ ਨਾਲੇ ਨੌਕਰੀ ਕਰਦਾ, ਨਾਲੇ ਸਤ ਸੰਗਤ ਕਰ ਰਿਹਾ। ਦਫ਼ਤਰ 'ਚ ਬੈਠਾ, ਨਾਲੇ ਦਫ਼ਤਰੀ ਕੰਮ ਵੀ ਕਰਦਾ, ਨਾਲੇ ਉਸ ਰੱਬ ਨੂੰ ਚੇਤੇ ਕਰ ਰਿਹਾ। ਨਾਲੇ ਦੁਕਾਨ ਪਰ ਬੈਠਾ, ਨਾਲੇ ਰੱਬ ਕਰ ਰਿਹਾ। ਐਸੀ ਅਵਸਥਾ ਬਣੀ ਹੋਈ ਹੈ ਭਗਤ ਰਵਿਦਾਸ ਜੀ ਦੀ। ਜੁੱਤੀਆਂ ਗੰਢ ਰਹੇ ਹਨ, ਰੱਬ ਨਾਲ ਜੁੜੇ ਹੋਏ ਹਨ। ਜਿਹੜਾ ਆਉਂਦਾ ਉਸ ਨੂੰ ਵੀ ਰੱਬ ਨਾਲ ਜੋੜ ਦਿੰਦੇ ਹਨ। ਇਹ ਐਸੀ ਅਵਸਥਾ ਬਣਾਉਣੀ ਹੈ, ਐਸੀ ਅਵਸਥਾ ਇੱਥੇ ਹੀ ਬਣਨੀ ਹੈ, ਹੋਰ ਕਿਤੇ ਨਹੀਂ ਬਣਨੀ ਹੈ। ਕਿਸੇ ਕਰਮ ਕਾਂਡੀਆਂ ਨੇ ਨਹੀਂ ਬਣਾਉਣੀ ਹੈ। ਕਿਸੇ ਤਰ੍ਹਾਂ ਦੀ ਵੀ ਪੂਜਾ ਕਰਨ ਦੇ ਨਾਲ ਐਸੀ ਅਵਸਥਾ ਨਹੀਂ ਬਣਨੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪੋਏ ਅੰਗਮ ਸਾਧੇ, ਪੰਜ ਜਨਾਸ ਸੰਗ ਨਾ ਛੁਟਕਿਓ, ਅਦ ਕਹਾਂ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਕਹਿੰਦੇ ਮੈਂ ਅਨੇਕਾਂ ਹੀ ਲੋਕ ਕਰਮ ਕਾਂਡ ਕਰਦੇ ਦੇਖੇ ਹਨ, ਕਿਸੇ ਦੀ ਐਸੀ ਅਵਸਥਾ ਨਹੀਂ ਬਣੀ ਹੈ। ਉੱਚੀ ਆਤਮਿਕ ਅਵਸਥਾ ਨੂੰ ਨਹੀਂ ਪ੍ਰਾਪਤ ਕਰ ਸਕੇ। ਉੱਚੀ ਆਤਮਿਕ ਅਵਸਥਾ ਜੇ ਬਣਾਉਣੀ ਹੈ ਤਾਂ ਗੁਰੂ ਦੀ ਸੰਗਤ ਕਰੋ, ਵੱਧ ਤੋਂ ਵੱਧ ਗੁਰੂ ਦੇ ਸ਼ਬਦ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ। ਜਿੱਥੇ ਵੀ ਬੈਠੋ ਗੁਰੂ ਦੀ ਗੱਲ ਕਰੋ, ਤਾਂ ਬਣਨੀ ਹੈ ਇਹ। ਭਗਤ ਰਵਿਦਾਸ ਜੀ ਇਹੀ ਗੱਲ ਸਮਝਾਉਂਦੇ ਸਾਰੇ ਸ਼ਬਦ ਵਿੱਚ।
ਕਹਿੰਦੇ ਜੇਕਰ ਮੈਂ ਸਾਧ ਸੰਗਤ ਨਾ ਕਰਦਾ, ਇਹ ਉੱਚੀ ਆਤਮਿਕ ਅਵਸਥਾ ਮੇਰੀ ਬਣਨੀ ਓ ਨਹੀਂ ਸੀ, ਰੱਬ ਦੇ ਨਾਲ ਮੇਰਾ ਮਿਲਾਪ ਹੋਣਾ ਹੀ ਨਹੀਂ ਸੀ। ਕਿਹੜੀ ਭਗਤੀ ਹੈ ਜਿਹੜੀ ਭਗਤੀ ਕਰਕੇ ਮੈਂ ਉਸ ਰੱਬ ਨਾਲ ਮਿਲ ਸਕਦਾ। ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ, ਸਾਧ ਸੰਗਤ ਪਾਈ ਪਰਮ ਗਤੀ। ਸਾਧ ਸੰਗਤ ਕਰਕੇ ਮੈਂ ਉਹ ਪਰਮ ਅਵਸਥਾ, ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ। ਭਗਤ ਰਵਿਦਾਸ ਜੀ ਕਹਿੰਦੇ ਹਨ ਰਹੋ। ਹੁਣ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਕੇ ਮੇਰਾ ਸੁਭਾਅ ਕਿਹੋ ਜਿਹਾ ਬਣ ਗਿਆ। ਹੁਣ ਉੱਚੀ ਆਤਮਿਕ ਅਵਸਥਾ ਸਾਨੂੰ ਕੀ ਨਿਸ਼ਾਨੀ ਹੈ? ਅਗਲੀਆਂ ਪੰਕਤੀਆਂ ਵਿੱਚ ਦੱਸਦੇ हैं। ਕਹਿੰਦੇ ਮੈਲੇ ਕੱਪੜੇ ਕਹਾਂ ਲਓ ਧੋਵੂੰ। ਕਹਿੰਦੇ ਹੁਣ ਮੈਂ ਕਿਸੇ ਦੇ ਮੈਲੇ ਕੱਪੜੇ ਨਹੀਂ ਧੋਂਦਾ। ਹੁਣ ਮੈਂ ਕਿਉਂ ਧੋਊਂਗਾ ਕਿਸੇ ਦੇ ਮੈਲੇ ਕੱਪੜੇ? ਕਿਉਂ ਮੈਂ ਕਿਸੇ ਦਾ ਗੰਦ ਸਾਫ਼ ਕਰੂੰਗਾ? ਕੀ ਮਤਲਬ? ਭਾਵ ਹੁਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ। ਹੁਣ ਨਿੰਦਿਆ ਕਰਨ ਵਾਲਾ ਸੁਭਾਅ ਮੇਰਾ ਖਤਮ ਹੋ ਗਿਆ। ਜਿਹੜੇ ਕਿਸੇ ਦੀ ਨਿੰਦਿਆ ਕਰ ਰਹੇ ਉਹ ਕਿਸੇ ਦਾ ਗੰਦ ਸਾਫ਼ ਕਰ ਰਹੇ, ਉਹ ਕਿਸੇ ਦਾ ਗੰਦ ਸਾਫ਼ ਹੋ ਰਿਹਾ। ਕਹਿੰਦੇ ਹੁਣ ਮੈਂ ਕਿਸੇ ਦਾ ਗੰਦ ਨਹੀਂ ਸਾਫ਼ ਕਰਦਾ, ਮੈਂ ਕਿਸੇ ਦੇ ਕੱਪੜੇ ਨਹੀਂ ਸਾਫ਼ ਕਰਦਾ, ਕਿਸੇ ਦੇ ਕੱਪੜੇ ਨਹੀਂ ਧੋਂਦਾ। ਹੁਣ ਮੈਂ ਕਿਉਂ ਧੋਊਂਗਾ? ਭਾਵ ਮੈਂ ਹੁਣ ਨਿੰਦਿਆ ਕਰਨੀ ਛੱਡ ਦਿੱਤੀ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ। ਹੁਣ ਮੈਂ ਨਹੀਂ ਕਿਸੇ ਨੂੰ ਬੁਰਾ ਕਹਿੰਦਾ, ਮੈਂ ਨਹੀਂ ਕਿਸੇ ਦੀ ਨਿੰਦਿਆ ਕਰਦਾ। ਮੈਲੇ ਕੱਪੜੇ ਕਹਾਂ ਲਓ ਧੋਵੂੰ, ਆਵੇਗੀ ਨੀਂਦ ਕਹਾਂ ਲੱਗ ਸੋਵੂੰ। ਸਾਧ ਸੰਗਤ ਦੀ ਕਿਰਪਾ ਦੇ ਨਾਲ ਹੁਣ ਐਸੀ ਅਵਸਥਾ ਬਣ ਗਈ, ਹੁਣ ਮੈਨੂੰ ਕਦੇ ਵੀ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ ਹੈ। ਮੈਂ ਮੋਹ ਛੱਡ ਦਿੱਤਾ ਹੈ। ਜਿਹੜਾ ਮੋਹ ਮੈਨੂੰ ਖੁਆਰ ਕਰ ਰਿਹਾ ਸੀ, ਮੈਨੂੰ ਦੁਖੀ ਕਰ ਰਿਹਾ ਸੀ, ਮੋਹ ਪਰਿਵਾਰ ਦਾ, ਟੱਬਰ ਦਾ, ਮਾਇਆ ਦਾ, ਇਹ ਮੈਂ ਮੋਹ ਛੱਡ ਦਿੱਤਾ ਹੈ, ਇੱਕ ਪਾਸੇ ਸੁੱਟ ਦਿੱਤਾ ਹੈ। ਅਗਿਆਨਤਾ ਦੀ ਨੀਂਦ ਵਿੱਚੋਂ ਮੈਂ ਜਾਗ ਉੱਠਿਆ ਹਾਂ। ਆਵੇਗੀ ਨੀਂਦ ਕਹਾਂ ਲੱਗ ਸੋਵੂ। ਹੁਣ ਮੈਂ ਕਿੰਨਾ ਕੁ ਚਿਰ ਸੁੱਤਾ ਪਿਆ ਰਹੂੰਗਾ ਮਾਇਆ ਦੇ ਮੋਹ ਦੀ ਨੀਂਦ ਵਿੱਚ? ਇੱਕ ਦਿਨ ਤਾਂ ਜਾਗਣਾ ਹੀ ਪੈਣਾ, ਇੱਕ ਦਿਨ ਤਾਂ ਛੱਡਣਾ ਹੀ ਪੈਣਾ ਮੋਹ। ਮੈਨੂੰ ਸਮਝ ਆਈ ਹੈ, ਮੈਂ ਪਰੇ ਸੁੱਟ ਦਿੱਤਾ ਹੈ। ਆਵੇਗੀ ਨੀਂਦ ਕਹਾਂ ਲੱਗ ਸੋਵੂ। ਸਾਧ ਸੰਗਤ ਨੇ ਮੇਰੀ ਐਸੀ ਅਵਸਥਾ ਬਣਾ ਦਿੱਤੀ। ਸਾਰਾ ਜਗਤ ਮੋਹ ਵਿੱਚ ਫਸਿਆ ਹੋਇਆ, ਮੇਰੀ ਕਰ ਰਿਹਾ। ਇੱਕ ਦਿਨ ਟੁੱਟਣਾ ਹੀ ਪੈਣਾ। ਕਹਿੰਦੇ ਆਵੇਗੀ ਨੀਂਦ ਕਹਾਂ ਲੱਗ ਸੋਵੂ। ਹੁਣ ਮੈਂ ਕਿੰਨਾ ਕੁ ਚਿਰ ਅਗਿਆਨਤਾ ਦੀ ਨੀਂਦ ਵਿੱਚ, ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਰਹਾਂਗਾ? ਮੈਂ ਜਾਗ ਉੱਠਿਆ ਹਾਂ। ਹੁਣ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਏਗੀ। ਹੁਣ ਮੈਂ ਅਗਿਆਨਤਾ ਦੇ ਵਿੱਚ, ਅਗਿਆਨਤਾ ਦੀ ਨੀਂਦ ਨਹੀਂ ਆਏਗੀ ਮੈਨੂੰ। ਹੁਣ ਮੇਰੇ ਗੁਰੂ ਨੇ ਮੈਨੂੰ ਸੁਚੇਤ ਕਰ ਦਿੱਤਾ, ਮੈਨੂੰ ਸਮਝਾ ਦਿੱਤਾ ਤੇਰੀ ਅਸਲ ਚੀਜ਼ ਕਿਹੜੀ ਹੈ, ਅਸਲ ਇੱਜ਼ਤ ਕਿਹੜੀ ਹੈ, ਤੇਰਾ ਅਸਲ ਪਰਿਵਾਰ ਕਿਹੜਾ ਹੈ, ਤੇਰਾ ਅਸਲ ਆਪਣਾ ਕੌਣ ਹੈ, ਦੁਸ਼ਮਣ ਕੌਣ ਹੈ। ਮੈਨੂੰ ਸਮਝਾ ਦਿੱਤਾ, ਮੈਂ ਬਚ ਗਿਆ। ਕਹਿੰਦੇ ਆਵੇਗੀ ਨੀਂਦ ਕਹਾਂ ਲੱਗ ਸੋਵੂੰ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਦੇਖੋ ਕਿਤਨੇ ਗੁੰਝਲ ਸ਼ਬਦ ਹਨ। ਜੇ ਨਾ ਵਿਚਾਰੀਏ ਕੀ ਪਤਾ ਲੱਗਦਾ। ਕਹਿੰਦੇ ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ। ਕਹਿੰਦੇ ਸਾਧ ਸੰਗਤ ਕਰਨ ਤੋਂ ਪਹਿਲਾਂ ਮੈਂ ਜੋ ਕੁਝ ਵੀ ਇਹ ਔਗਣ ਇਕੱਠੇ ਕੀਤੇ ਹੋਏ ਸਨ, ਸਾਧ ਸੰਗਤ ਕਰਨ ਤੋਂ ਬਿਨਾਂ ਨਾ, ਜਿਹੜਾ ਗੁਰੂ ਦੀ ਸੰਗਤ ਨਹੀਂ ਨਾ ਕਰਦਾ, ਜਿਹੜਾ ਗੁਰੂ ਦੀ ਸੰਗਤ ਨਹੀਂ ਕਰਦਾ, ਉਹਦੇ ਕੋਲ ਵੀ ਬਹੁਤ ਕੁਝ ਇਕੱਠਾ ਹੁੰਦਾ। ਸਭ ਔਗਣ, ਵਿਕਾਰ, ਨਫ਼ਰਤ, ਨਿੰਦਿਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਸਾਰੀ ਜ਼ਿੰਦਗੀ ਔਗਣ ਇਕੱਠੇ ਕਰੀ ਜਾਂਦਾ। ਕਹਿੰਦੇ ਇਹ ਬੜਾ ਖਜ਼ਾਨਾ ਇਕੱਠਾ ਹੋ ਗਿਆ ਮੇਰੇ ਕੋਲ ਸਾਧ ਸੰਗਤ ਕਰਨ ਤੋਂ ਬਿਨਾਂ। ਇਹ ਸਭ ਕੂੜ ਕਬਾੜ ਬੜਾ ਇਕੱਠਾ ਕਰ ਲਿਆ ਮੈਂ। ਆ ਜਿਹੜਾ ਕੂੜ ਕਬਾੜ ਇਕੱਠਾ ਕੀਤਾ ਹੋਇਆ ਸੀ ਸਾਧ ਸੰਗਤ ਕਰਨ ਤੋਂ ਬਿਨਾਂ,
ਸਾਧ ਸੰਗਤ ਕਰਨ ਤੋਂ ਜਦੋਂ ਜਿੰਨਾ ਚਿਰ ਮੈਂ ਸਾਧ ਸੰਗਤ ਵਿੱਚ ਨਹੀਂ ਸੀ ਜੁੜਿਆ, ਉਸ ਤੋਂ ਪਹਿਲਾਂ ਜਿਹੜਾ ਮੈਂ ਕੂੜ ਕਬਾੜ ਇਕੱਠਾ ਕੀਤਾ ਹੋਇਆ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਫ਼ਰਤ ਔਗਣ, ਇਹ ਸਾਰੇ ਹੁਣ ਮੁੱਕ ਗਏ ਹਨ। ਇਹ ਕੂੜ ਕਬਾੜ ਸਾਰਾ ਮੈਂ ਸੁੱਟ ਦਿੱਤਾ, ਮੁੱਕ ਗਿਆ। ਸਾਰ ਸੰਗਤ ਵਿੱਚ ਮਿਲ ਕੇ ਜੋਈ ਜੋਈ ਜੋੜਿਓ, ਜੋ ਕੁਛ ਮੈਂ ਜੋੜਿਆ ਹੋਇਆ ਸੀ, ਇਕੱਠਾ ਕੀਤਾ ਹੋਇਆ ਸੀ, ਸੋਈ ਸੋਈ ਫਾਟਿਓ, ਸਭ ਮੁੱਕ ਗਿਆ। ਇਹ ਮੁਕਾਉਣਾ ਨਹੀਂ, ਇਹ ਨਾਲ ਜਾਣਾ ਸਾਡੇ, ਇਸੇ ਨੇ ਮੁੜ ਮੁੜ ਕੇ ਜਨਮ ਦਿਵਾਉਣਾ ਸਾਨੂੰ। ਆ ਜਿਹੜਾ ਸਮਾਨ ਅਸੀਂ ਇਕੱਠਾ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਫ਼ਰਤ, ਇਸਨੇ ਮੁੜ ਮੁੜ ਕੇ ਸਾਨੂੰ ਜੰਮਣ ਮਰਨ ਦੇ ਗੇੜ 'ਚ ਪਾਉਣਾ ਹੈ। ਭਗਤ ਰਵਿਦਾਸ ਜੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਆ ਕੇ ਇਹ ਸਾਰਾ ਸਮਾਨ ਮੇਰਾ ਮੁੱਕ ਗਿਆ ਹੈ ਔਗਣਾਂ ਵਾਲਾ। ਸਾਰ ਸੰਗਤ ਦੀ ਕਿਰਪਾ ਦੇ ਨਾਲ ਹੁਣ ਸਤ ਸੰਤੋਖ ਦਇਆ ਧਰਮ ਧੀਰਜ, ਇਹ ਚੰਗੇ ਗੁਣ ਦੈਵੀ ਗੁਣ ਮੇਰੇ ਹਿਰਦੇ ਵਿੱਚ ਇਕੱਠੇ ਹੁੰਦੇ ਜਾ ਰਹੇ ਹਨ, ਜਿਨ੍ਹਾਂ ਨੇ ਮੇਰਾ ਉਸ ਰੱਬ ਨਾਲ ਮਿਲਾਪ ਕਰਾਉਣਾ, ਰੱਬ ਨਾਲ ਮਿਲਾਪ ਕਰਾਇਆ, ਉੱਚੀ ਆਤਮਿਕ ਅਵਸਥਾ ਬਣਾਈ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਕਹਿੰਦੇ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਕਹਿੰਦੇ ਝੂਠੇ ਵਣਜ ਉੱਠੀ ਗਈ ਹਟਿਓ। ਜੋ ਮੈਂ ਝੂਠਾ ਵਣਜ ਕਰ ਰਿਹਾ ਸੀ, ਜੋ ਮੈਂ ਝੂਠਾ ਵਣਜ ਕਰ ਰਿਹਾ ਸੀ, ਇਹ ਝੂਠੇ ਵਣਜ ਦੀ ਹੱਟਿਓ ਖਤਮ ਹੋ ਗਈ। ਦੁਕਾਨ ਜਿਹੜੇ ਗੁਰੂ ਦੀ ਸੰਗਤ ਨਾਲੋਂ ਟੁੱਟੇ ਹੋਏ ਹਨ, ਇਹ ਸਭ ਝੂਠਾ ਵਣਜ ਕਰ ਰਹੇ ਹਨ। ਦੁਕਾਨ ਪਾਈ ਹੋਈ ਸਾਰਿਆਂ ਨੇ, ਝੂਠ ਦੀ ਦੁਕਾਨ। ਆ ਦੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਨੂੰ, ਗੁਰੂ ਘਰ ਨੂੰ ਜਿਹੜੇ ਲੋਕ ਝੂਠ ਦੀ ਦੁਕਾਨ ਕਹਿੰਦੇ ਸੀ, ਕਿੱਧਰ ਗਏ ਉਹ? ਆ ਸੱਚ ਦੀ ਦੁਕਾਨ ਜੁਗੋ ਜੁਗ ਅਟਲ ਰਹੇਗੀ। ਇਹ ਸੱਚ ਦੀ ਦੁਕਾਨ ਹੈ, ਇੱਥੇ ਸੱਚ ਦਾ ਸੌਦਾ ਮਿਲਦਾ ਹੈ। ਬਾਕੀ ਸਾਰੇ ਸਭ ਝੂਠ ਦੀ ਦੁਕਾਨ, ਸਭ ਝੂਠ ਦੀਆਂ ਦੁਕਾਨਾਂ, ਸਭ ਝੂਠ ਦਾ ਵਣਜ ਕਰ ਰਹੇ ਹਨ। ਸੱਚਾ ਵਣਜ ਇੱਥੇ ਹੀ ਹੋਣਾ, ਗੁਰੂ ਦੀ ਸੰਗਤ ਵਿੱਚ ਆ ਕੇ। ਜਿਹੜੇ ਗੁਰੂ ਦੀ ਸੰਗਤ ਨਾਲ ਜੁੜੇ ਹੋਏ ਹਨ, ਉਹ ਸੱਚ ਦਾ ਵਣਜ ਕਰ ਰਹੇ ਹਨ, ਉਹ ਨਫਾ ਖੱਟ ਕੇ ਜਾਣਗੇ ਇੱਥੋਂ। ਭਗਤ ਰਵਿਦਾਸ ਜੀ ਕਹਿੰਦੇ ਹਨ, ਕਹਿੰਦੇ ਸਾਰ ਸੰਗਤ ਦੀ ਕਿਰਪਾ ਦੇ ਨਾਲ ਇਹ ਝੂਠ ਦੀ ਦੁਕਾਨ, ਜਿਹੜਾ ਝੂਠਾ ਵਣਜ ਕਰ ਰਿਹਾ ਸੀ ਮੈਂ, ਇਹ ਝੂਠੇ ਵਣਜ ਕਰਨ ਵਾਲਾ, ਝੂਠੇ ਵਣਜ ਕਰਨ ਵਾਲੀ ਦੁਕਾਨ ਹੀ ਖਤਮ ਹੋ ਗਈ। ਝੂਠੇ ਵਣਜ ਉੱਠ ਹੀ ਗਈ ਹਟਿਓ। ਹੁਣ ਆਖਰੀ ਪੰਕਤੀਆਂ ਦੇ ਵਿੱਚ ਦੇਖੋ ਕਿਤਨਾ ਇਸ ਸ਼ਬਦ ਦੇ ਵਿੱਚ ਆਨੰਦ ਆਉਂਦਾ। ਮੈਨੂੰ ਤਾਂ ਆ ਰਿਹਾ, ਸ਼ਾਇਦ ਤੁਹਾਨੂੰ ਵੀ ਆਉਂਦਾ ਹੋਏਗਾ। ਕਿਤਨਾ ਆਨੰਦ ਆਉਂਦਾ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਵਿਚਾਰਦੇ ਹਾਂ। ਹੁਣ ਕਹਿੰਦੇ ਐਸੀ ਅਵਸਥਾ ਹੋ ਗਈ, ਭਗਤ ਰਵਿਦਾਸ ਜੀ ਕਹਿੰਦੇ ਹਨ, ਕਉ ਰਵਿਦਾਸ ਭਇਓ ਜਬ ਲੇਖੋ। ਜਦੋਂ ਮੈਂ ਗੁਰੂ ਦੀ ਸੰਗਤ ਵਿੱਚ ਬੈਠਣ ਲੱਗ ਗਿਆ ਨਾ, ਆਪਣੇ ਅੰਦਰ ਨੂੰ ਪੜਤਾਲਣਾ ਸ਼ੁਰੂ ਕੀਤਾ। ਜਦੋਂ ਮਨੁੱਖ ਗੁਰੂ ਦੀ ਸੰਗਤ ਵਿੱਚ ਆਉਂਦਾ ਨਾ, ਉਹ ਆਪਣੇ ਅੰਦਰ ਨੂੰ ਪੜਤਾਲਦਾ, ਆਪਣੇ ਅੰਦਰ ਦੀ ਖੋਜ ਕਰਦਾ। ਮੇਰਾ ਸੁਭਾਅ ਕਿਹਾ ਜਾ, ਮੇਰਾ ਸੁਭਾਅ ਕਿਹਾ ਜਾ, ਮੈਂ ਕਿੱਥੇ ਖੜਾ, ਮੈਂ ਕੀ ਕਰ ਰਿਹਾ। ਕਹਿੰਦੇ ਜਦੋਂ ਮੈਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਹਿਸਾਬ ਕਿਤਾਬ ਕਰਨ ਲੱਗਿਆ ਆਪਣੀ ਜ਼ਿੰਦਗੀ ਦਾ, ਕਿ ਮੈਂ ਕਿੱਥੇ ਖੜਾ, ਮੈਂ ਕੀ ਕਰ ਰਿਹਾ। ਕਉ ਰਵਿਦਾਸ ਭਇਓ ਜਬ ਲੇਖੋ। ਲੇਖੋ ਦਾ ਅਰਥ ਹੈ ਹਿਸਾਬ ਕਿਤਾਬ ਕਰਨਾ, ਆਪਣੀ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨਾ। ਮੈਂ ਕੀ ਕਰ ਰਿਹਾ, ਮੈਂ ਕਿੱਥੇ ਖੜਾ। ਕਉ ਰਵਿਦਾਸ ਭਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਮੈਂ ਜੋ ਜੋ ਕਰਿਆ, ਜੋ ਜੋ ਕੀਤਾ, ਜੋ ਜੋ ਮੈਂ ਮਾੜੇ ਕੰਮ ਕਰਦਾ ਰਿਹਾ, ਗੁਰੂ ਨੇ ਮੈਨੂੰ ਸਾਰੇ ਦਿਖਾ ਦਿੱਤੇ ਕਿ ਆਪਣੇ ਆਪ ਨੂੰ ਬੜਾ ਧਰਮੀ ਕਹਾਉਣਾ, ਆਪਣੇ ਆਪ ਨੂੰ ਆਪ ਹੀ ਚੰਗਾ ਸਮਝੀ ਬੈਠਾ, ਇਹ ਤੇਰੇ ਅੰਦਰ ਆਉਣਾ। ਉਸ ਮਨੁੱਖ ਨੂੰ ਜਦੋਂ ਮਨੁੱਖ ਗੁਰੂ ਦੀ ਸੰਗਤ ਕਰਦਾ ਨਾ, ਗੁਰੂ ਦੀ ਸੰਗਤ ਕਰਨ ਵਾਲੇ ਨੂੰ ਆਪਣੇ ਅੰਦਰ ਸਾਰੇ ਔਗਣ ਦੇਖਣ ਲੱਗ ਜਾਂਦੇ ਆ।
ਆਪਣੇ ਅੰਦਰ ਔਗਣ ਦੇਖਣੇ ਆ। ਜਦੋਂ ਬੰਦੇ ਨੂੰ ਆਪਣੇ ਅੰਦਰ ਔਗਣ ਦੇਖਣ ਲੱਗ ਜਾਵੇ ਨਾ, ਤਾਂ ਉਹ ਔਗਣ ਖਤਮ ਵੀ ਹੋ ਜਾਂਦੇ। ਇਸ ਕਰਕੇ ਉਹ ਸਭ ਤਰ੍ਹਾਂ ਦੇ ਫਿਰ ਵਿਕਾਰਾਂ ਵਿੱਚੋਂ ਨਿਕਲ ਜਾਂਦਾ, ਮੋਹ ਵਿੱਚੋਂ ਨਿਕਲ ਜਾਂਦਾ। ਫਿਰ ਉਹ ਇੱਕੋ ਇੱਕ ਰੱਬ ਦੀ ਪਰਵਾਹ ਕਰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ ਉਹ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਹਨ, ਕਉ ਰਵਿਦਾਸ ਭਇਓ ਜਬ ਲੇਖੋ, ਜਦੋਂ ਮੈਂ ਆਪਣੇ ਅੰਦਰ ਚੰਗੇ ਮੰਦੇ ਕਰਮਾਂ ਦੀ ਵਿਚਾਰ ਕੀਤੀ, ਅੰਦਰ ਖੋਜ ਕੀਤੀ ਕਿ ਮੇਰੇ ਅੰਦਰ ਇਤਨੇ ਔਗਣ ਹਨ, ਫਿਰ ਪਤਾ ਲੱਗਿਆ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ, ਰਾਖੋ ਸਰਨਾਏ। ਬਾਬੇ ਗੁਰੂ ਦੇ ਅੱਗੇ ਹੱਥ ਜੁੜ ਜਾਂਦੇ, ਸੱਚੇ ਪਾਤਸ਼ਾਹ ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਮੈਨੂੰ ਆਪਣਾ ਆਸਰਾ ਦੇ ਕੇ ਰੱਖੀ। ਦੁਨੀਆ ਦੇ ਸਾਰੇ ਆਸਰੇ ਝੂਠੇ ਹਨ, ਟੁੱਟ ਜਾਣ ਵਾਲੇ ਹਨ, ਅਖੀਰ ਨੂੰ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਹੈ। ਆਪਣੀ ਜ਼ਿੰਦਗੀ ਬਰਬਾਦ ਨਾ ਕਰੋ, ਕੇਵਲ ਗੁਰੂ ਨਾਲ ਜੁੜੇ ਰਹੋ। ਸਭ ਮਤਲਬੀ ਆ, ਸਭ ਨੇ ਇੱਕ ਦਿਨ ਤੁਹਾਡਾ ਸਾਥ ਛੱਡ ਦੇਣਾ ਹੈ, ਕੋਈ ਕਿਸੇ ਨੇ ਨਹੀਂ ਖੜਨਾ ਹੈ। ਇਹ ਸੱਚਾਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਦੋਂ ਮੈਂ ਗੁਰੂ ਦੀ ਸੰਗਤ ਕਰਨ ਲੱਗਿਆ, ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਨੂੰ ਇਹਨਾਂ ਗੱਲਾਂ ਦੀ ਸਮਝ ਆਈ। ਹੁਣ ਮੈਂ ਸਦਾ ਕਾਇਮ ਰਹਿਣ ਵਾਲਾ ਆਸਰਾ ਲੈ ਲਿਆ ਹੈ। ਕਿਹੜਾ? ਗੁਰੂ ਦਾ ਆਸਰਾ। ਬਸ ਇਹੀ ਦਾਤ ਮੰਗਦਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ, ਰਾਖੋ ਸ਼ਰਨਾਈ। ਸੋ ਇਸ ਸ਼ਬਦ ਵਿੱਚ ਵੀ ਭਗਤ ਰਵਿਦਾਸ ਜੀ ਸਾਨੂੰ ਇਹੀ ਵਿਚਾਰ ਦੱਸਦੇ ਹਨ ਕਿ ਮੈਂ ਸਾਧ ਸੰਗਤ ਵਿੱਚ ਮਿਲ ਕੇ ਬਹੁਤ ਉੱਚੀ ਪਰਮ ਪਦਵੀ ਪ੍ਰਾਪਤ ਕੀਤੀ ਹੈ। ਜੇ ਸਾਧ ਸੰਗਤ ਵਿੱਚ ਮਿਲ ਕੇ ਮੈਨੂੰ ਉੱਚੀ ਪਰਮ ਪਦਵੀ ਪ੍ਰਾਪਤ ਨਾ ਹੁੰਦੀ ਤਾਂ ਕਿਹੜੀ ਭਗਤੀ ਕਰ ਸਕਦਾ ਸੀ ਮੈਂ? ਮੰਦਰ ਵਿੱਚ ਮੈਂ ਨਹੀਂ ਸੀ ਜਾ ਸਕਦਾ, ਗੰਗਾ ਵਿੱਚ ਇਸ਼ਨਾਨ ਮੈਂ ਨਹੀਂ ਸੀ ਕਰ ਸਕਦਾ, ਪੂਜਾ ਪਾਠ ਕਰਨ ਦਾ ਮੈਨੂੰ ਹੱਕ ਨਹੀਂ ਹੈ। ਫਿਰ ਤਾਂ ਮੈਂ ਰਹਿ ਗਿਆ ਸੀ, ਮੇਰਾ ਤਾਂ ਰੱਬ ਨਾਲ ਮਿਲਾਪ ਹੋਣਾ ਹੀ ਨਹੀਂ ਸੀ। ਗੁਰੂ ਦੀ ਕਿਰਪਾ ਦੇ ਨਾਲ, ਸਾਰ ਸੰਗਤ ਦੀ ਕਿਰਪਾ ਦੇ ਨਾਲ ਮੈਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕੀਤੀ ਅਤੇ ਮੇਰਾ ਰੱਬ ਨਾਲ ਮਿਲਾਪ ਹੋ ਗਿਆ। ਸੋ ਇਹ ਵਿਚਾਰ ਸੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ।